हाँ बेटा, ਜਿਹੜਾ ਸਾਡਾ ਅੱਜ ਦਾ ਟੌਪਿਕ ਹੈ ਉਹ ਹੈ ਜਰਮਨੀ ਦਾ ਏਕੀਕਰਨ। ਇਸ ਤੋਂ ਪਹਿਲਾਂ ਅਸੀਂ ਇਟਲੀ ਦੇ ਏਕੀਕਰਨ ਦੀਆਂ ਅਲੱਗ-ਅਲੱਗ ਸਟੇਜਸ ਨੂੰ ਪੜ੍ਹਿਆ ਹੈ ਕਿ ਕਿਸ ਤਰੀਕੇ ਨਾਲ 5 ਸਟੇਜਸ ਦੇ ਵਿੱਚ ਇਟਲੀ ਦਾ ਏਕੀਕਰਨ ਹੋਇਆ। ਅੱਜ ਅਸੀਂ ਦੇਖਣਾ ਕਿ ਜਰਮਨੀ ਦੇ ਏਕੀਕਰਨ ਦੀ ਰੂਪਰੇਖਾ ਕੀ ਬਣਦੀ ਹੈ। ਜਿਸ ਤਰ੍ਹਾਂ ਏਕੀਕਰਨ ਜਦੋਂ ਇਟਲੀ ਦੀ ਅਸੀਂ ਚਰਚਾ ਕੀਤੀ ਤਾਂ ਦੇਖਿਆ ਕਿ ਇਟਲੀ 'ਚ ਏਕੀਕਰਨ ਦੇ ਜਿਹੜੇ ਸ਼ੁਰੂਆਤੀ ਕੋਸ਼ਿਸ਼ਾਂ ਸੀਗੀਆਂ ਉਹ ਨਾਕਾਮਯਾਬ ਹੋਈਆਂ। ਉੱਦਾਂ ਹੀ ਜਰਮਨੀ ਦੇ ਏਕੀਕਰਨ ਦੀਆਂ ਕੋਸ਼ਿਸ਼ਾਂ ਵੀ 1799 ਈਸਵੀ ਦੀ ਫਰਾਂਸੀਸੀ ਕ੍ਰਾਂਤੀ ਤੋਂ ਬਾਅਦ ਜੋ ਹੋਈਆਂ ਉਹ ਕਾਮਯਾਬ ਨਹੀਂ ਹੋ ਸਕੀਆਂ। ਤੋਂ ਪਹਿਲਾਂ ਅਸੀਂ ਉਹਨਾਂ ਨੂੰ ਪੜ੍ਹਾਂਗੇ, ਫਿਰ ਉਸ ਤੋਂ ਬਾਅਦ 3 ਸਟੇਜਸ ਦੇ ਵਿੱਚ ਕਿੱਦਾਂ ਜਰਮਨੀ ਦਾ ਏਕੀਕਰਨ ਹੁੰਦਾ ਉਸ ਨੂੰ ਪੜ੍ਹਾਂਗੇ। ਤੋਂ ਪਹਿਲਾਂ ਅਸੀਂ ਦੇਖਣਾ ਹੈ ਕਿ ਜਿਹੜੀਆਂ ਸ਼ੁਰੂਆਤੀ ਕੋਸ਼ਿਸ਼ਾਂ ਹੋਈਆਂ ਉਹ ਕਾਮਯਾਬ ਕਿਉਂ ਨਹੀਂ ਹੋਈਆਂ ਜਾਂ ਉਹ ਕੋਸ਼ਿਸ਼ਾਂ ਕਿਹੜੀਆਂ ਸਨ। ਜਿਵੇਂ ਨੰਬਰ 1, 1799 ਦੀ ਜਦੋਂ ਫਰਾਂਸੀਸੀ ਕ੍ਰਾਂਤੀ ਹੁੰਦੀ ਹੈ ਔਰ ਉਸ ਕ੍ਰਾਂਤੀ ਤੋਂ ਬਾਅਦ ਨੈਪੋਲੀਅਨ ਬੋਨਾਪਾਰਟ ਵੀ ਆਉਂਦਾ ਹੈ ਔਰ ਉਸ ਤੋਂ ਬਾਅਦ 1815 ਦੇ ਵਿੱਚ ਅਸੀਂ ਇਹਨੂੰ ਥੋੜ੍ਹਾ ਜਿਹਾ ਲੇਟਰ ਸਟੇਜ 'ਤੇ ਵੀ ਪੜ੍ਹਾਂਗੇ ਅਗਲੇ ਪੁਆਇੰਟ ਦੇ ਵਿੱਚ। ਤਾਂ ਉਦੋਂ 360 ਰਿਆਸਤਾਂ ਜਰਮਨੀ ਦੇ ਵਿੱਚ ਨੇ। तो यानी ਇੰਨੇ ਟੁਕੜਿਆਂ ਦੇ ਵਿੱਚ ਵੰਡਿਆ ਹੋਇਆ ਹੈ। ਆਸਟਰੀਆ ਵਗੈਰਾ ਉਹ ਵੀ ਉਸ ਟਾਈਮ ਛੋਟੇ ਛੋਟੇ ਇਲਾਕੇ ਨੇ ਔਰ ਜੋ ਉਸ ਵੇਲੇ ਦੀ ਰਵਾਇਤ ਹੈ ਕਿ ਆਸਟਰੀਆ ਦਾ ਜਿਹੜਾ ਰਾਜਾ ਹੈ ਉਹ ਹੋਲੀ ਰੋਮਨ ਅੰਪਾਇਰ ਦੁਆਰਾ ਨਿਯੁਕਤ ਕੀਤਾ ਜਾਂਦਾ ਸੀ, ਜਿਹਦੇ ਕਰਕੇ ਉਹਦੇ ਕੋਲ ਨਾ ਆਪਣੇ ਕੋਲ ਕੋਈ ਸਟਰੋਂਗ ਆਰਮੀ ਹੁੰਦੀ ਸੀ, ਨਾ ਉਹਦੇ ਕੋਲ ਆਪਣੀ ਕੋਈ ਪਲੈਨਿੰਗ ਬਣ ਪਾਉਂਦੀ ਸੀ। ਤਾਂ ਇਸ ਤਰੀਕੇ ਦੇ ਨਾਲ ਇੱਕੋ ਕਮਜ਼ੋਰ ਜਿਹੀਆਂ ਪ੍ਰਸਥਿਤੀਆਂ ਬਣੀਆਂ ਹੋਈਆਂ ਸਨ। ਲੇਕਿਨ 1799 'ਚ ਫਰਾਂਸੀਸੀ ਕ੍ਰਾਂਤੀ ਹੋਈ। ਉਸ ਤੋਂ ਬਾਅਦ ਉਹ ਅਸੀਂ ਨੈਸ਼ਨਲ ਅਸੈਂਬਲੀ, ਨੈਸ਼ਨਲ ਕਨਵੈਨਸ਼ਨ ਵਗੈਰਾ ਪੜ੍ਹੀ ਔਰ ਉਸ ਤੋਂ ਬਾਅਦ ਅਲਟੀਮੇਟਲੀ 1799 ਤੋਂ ਬਾਅਦ ਨੈਪੋਲੀਅਨ ਬੋਨਾਪਾਰਟ ਜਿਹੜਾ ਹੈ ਉਹ ਹਾਵੀ ਹੋ ਗਿਆ ਔਰ ਉਸਨੇ ਲਗਭਗ ਪੂਰੇ ਯੂਰਪ ਨੂੰ ਜਿੱਤਿਆ, ਜਿਹਦੇ ਵਿੱਚ ਜਰਮਨੀ ਦੀਆਂ ਵੱਖ-ਵੱਖ ਸਟੇਟਾਂ ਵੀ ਸੀਗੀਆਂ। ਔਰ ਜਦੋਂ ਇਹਨਾਂ ਨੂੰ ਜਿੱਤ ਲਿਆ ਤਾਂ ਉਰੇ ਉਸਨੇ ਇੱਕ ਕਾਮਨ ਰੂਲ ਲਾਗੂ ਕੀਤਾ ਔਰ ਲੋਕਾਂ ਦੇ ਵਿੱਚ ਇੱਕ ਫੀਲਿੰਗ ਉਸ ਵੇਲੇ ਡਿਵੈਲਪ ਹੋਈ ਕਿ ਇਹ ਸਾਡੇ ਤੇ ਬਾਹਰੋਂ ਵਿਦੇਸ਼ੀ ਜਿਹੜਾ ਹੈਗਾ ਫ੍ਰੈਂਚ ਜਿਹੜੇ ਹੈਗੇ ਆ ਉਹਨਾਂ ਨੇ ਕੰਟਰੋਲ ਕਰ ਲਿਆ। ਤਾਂ ਉਹਨਾਂ ਦੇ ਵਿੱਚ ਇੱਕ ਫੀਲਿੰਗ ਆਫ ਯੂਨਿਟੀ ਜਿਹੜੀ ਆ ਉਸ ਵੇਲੇ ਡਿਵੈਲਪ ਹੋਈ। ਲੇਕਿਨ 1815 'ਚ ਕਿਉਂਕਿ ਨੈਪੋਲੀਅਨ ਹਾਰ ਗਿਆ ਔਰ ਉਸ ਤੋਂ ਬਾਅਦ ਉਹ ਜਿਹੜੀ ਸੰਧੀ ਹੋਈ ਵਿਆਨਾ ਕਾਨਫਰੰਸ, ਵਿਆਨਾ ਕਾਂਗਰਸ, ਉਹਦੇ ਵਿੱਚੋਂ ਪੁਰਾਣੀਆਂ ਸਾਰੀਆਂ ਪ੍ਰਸਥਿਤੀਆਂ ਹੀ ਲਾਗੂ ਕਰ ਦਿੱਤੀਆਂ ਗਈਆਂ ਕਿਉਂਕਿ ਆਸਟਰੀਆ ਦਾ ਜਿਹੜਾ ਉਸ ਟਾਈਮ ਚਾਂਸਲਰ ਸੀਗਾ ਮੈਟਰਨਿਕ ਉਹ ਕਾਫੀ ਹਾਵੀ ਹੋ ਗਿਆ ਔਰ ਉਹਨੇ ਉਹ ਸਾਰੀ ਸਿਚੁਏਸ਼ਨ ਨੂੰ ਆਪਣੇ ਢੰਗ ਦੇ ਨਾਲ ਘੁਮਾਇਆ। ਤਾਂ ਜਿਸ ਕਰਕੇ ਉਹ ਏਕੀਕਰਨ ਦੀ ਕੋਸ਼ਿਸ਼ ਉੱਥੇ ਹੀ ਫੇਰ ਰੁਕ ਗਈ। ਔਰ ਇਸੇ ਤਰੀਕੇ ਦੇ ਨਾਲ ਅਸੀਂ ਜਦੋਂ ਦੇਖਦੇ ਹਾਂ ਕਿ 1830 ਈਸਵੀ ਦੇ ਵਿੱਚ ਜਦੋਂ ਪਹਿਲੀ ਅਸੀਂ ਫ੍ਰੈਂਚ ਰੈਵੋਲੂਸ਼ਨ ਪੜ੍ਹਦੇ ਹਾਂ 1799 ਤੋਂ 1830 ਈਸਵੀ ਦੀ ਕ੍ਰਾਂਤੀ, ਤਾਂ ਉਦੋਂ ਵੀ ਕੁਝ ਸਟੇਟਾਂ ਨੇ ਕੋਸ਼ਿਸ਼ ਕੀਤੀ ਵੀ ਕੁਝ ਸੰਵਿਧਾਨ ਲਾਗੂ ਹੋ ਸਕੇ, ਕੁਝ ਸੁਧਾਰਵਾਦੀ ਗੱਲਾਂ ਲਾਗੂ ਹੋ ਸਕਣ। ਲੇਕਿਨ ਮੈਟਰਨਿਕ ਨੇ ਜਿਹੜਾ ਇਸ ਚੀਜ਼ਾਂ ਨੂੰ ਸਹਾਰ ਨਹੀਂ ਸੀ ਸਕਦਾ, ਉਹਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਪਾਬੰਦੀ ਲਗਾ ਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਕੁਚਲ ਦਿੱਤਾ। ਉਸ ਤੋਂ ਬਾਅਦ ਹੈ ਬੇਟਾ ਕਿ ਇਹ ਐਫਰਟਸ ਜਦੋਂ ਕੰਟੀਨਿਊ ਰਹੀਆਂ ਤਾਂ ਇਕਨੋਮਿਕ ਤੌਰ ਦੇ ਉੱਤੇ ਜਿਹੜੀ ਹੈਗੀ ਇਕਨੋਮਿਕ ਆਰਥਿਕ ਵਿਕਾਸ ਦੇ ਤੌਰ ਦੇ ਉੱਤੇ ਜੋਲਵਰਿਨ ਦੀ ਸਥਾਪਨਾ ਹੋਈ। ਇੱਕ ਸ਼ਬਦ ਨੋਟ ਕਰ ਲੈਣਾ, ਜੋਲਵਰਿਨ ਦੀ ਸਥਾਪਨਾ ਹੋਈ, ਜਿਹਦੇ ਵਿੱਚ ਬਹੁਤ ਸਾਰੀਆਂ ਟੈਕਸਿਸ ਨੂੰ ਇਕੱਠਾ ਕੀਤਾ ਗਿਆ ਔਰ ਮਣ ਕੇ ਘਟਾਇਆ ਗਿਆ। ਇਕੱਠਾ ਕਰਨ ਦਾ ਮਤਲਬ ਵੀ ਉਹਨੂੰ ਹਟਾ ਦਿੱਤੇ ਗਏ ਔਰ 1 ਜਨਵਰੀ 1834 ਨੂੰ ਜੋਲਵਰਿਨ ਦੀ ਇੱਕ ਸਥਾਪਨਾ ਕੀਤੀ ਸੀ, ਜਿਹਦਾ ਮਤਲਬ ਸੀਗਾ ਜਰਮਨ ਚੁੰਗੀ ਸੰਘ। ਇਹਦੇ ਵਿੱਚ 18 ਮੈਂਬਰ ਸਨ, ਜਿਹਦੇ ਵਿੱਚ ਹੌਲੀ ਹੌਲੀ ਹੋਰ ਰਿਆਸਤਾਂ ਵੀ ਸ਼ਾਮਲ ਹੋ ਗਈਆਂ ਤੇ ਅਲਟੀਮੇਟਲੀ ਇਹਨਾਂ ਦੀ ਗਿਣਤੀ ਜਿਹੜੀ ਹੈ ਬੇਟਾ ਵੱਧ ਕੇ ਉਹ 39 ਤੱਕ ਪਹੁੰਚ ਗਈ। ਤਾਂ ਇਸ ਤਰੀਕੇ ਦੇ ਨਾਲ ਇੱਕ ਏਕੀਕਰਨ ਦੀ ਜਿਹੜੀ ਸਟੇਜ ਸੀਗੀ ਉਹ ਡਿਵੈਲਪ ਹੋਣੀ ਸ਼ੁਰੂ ਹੋਈ ਬੇਟਾ। ਉਸ ਤੋਂ ਬਾਅਦ ਬੇਟਾ ਨੈਕਸਟ ਹੈ ਅਸੀਂ ਜਦੋਂ ਇਹਦੇ ਵਿੱਚ ਪੜ੍ਹਦੇ ਹਾਂ ਜੋਲਵਰਿਨ ਦੀ ਸਥਾਪਨਾ ਤੋਂ ਬਾਅਦ ਜਦੋਂ ਇਹ 1834 ਦੇ ਵਿੱਚ ਹੋਈ ਤਾਂ ਉਸ ਤੋਂ ਬਾਅਦ ਅਗਲਾ ਸਟੈਪ ਜਿਹੜਾ ਸਾਡੇ ਕੋਲੇ ਬੇਟਾ ਆਉਂਦਾ ਹੈ ਕਿ 1848 ਦੇ ਵਿੱਚ ਫਿਰ ਇੱਕ ਕ੍ਰਾਂਤੀ ਆਉਂਦੀ ਹੈ, ਫਰਾਂਸ ਤੋਂ ਸਟਾਰਟ ਹੁੰਦੀ ਹੈ। ਤੇ ਯਾਨੀ ਤੇ ਫਰਾਂਸ 'ਚ ਅਸੀਂ 3 ਕ੍ਰਾਂਤੀਆਂ ਦਾ ਜ਼ਿਕਰ ਕਰਦੇ ਹਾਂ, 1799 ਈਸਵੀ ਦੀ, 1830 ਈਸਵੀ ਦੀ ਔਰ 1848 ਈਸਵੀ ਦੀ। ਤਾਂ 1848 ਈਸਵੀ ਦੀ ਕ੍ਰਾਂਤੀ ਦੇ ਸਿੱਟੇ ਵਜੋਂ ਫਿਰ ਤੋਂ ਯੂਰਪ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਉਦਾਰਵਾਦੀ ਅੰਦੋਲਨ, ਕ੍ਰਾਂਤੀਕਾਰੀ ਅੰਦੋਲਨ ਸਟਾਰਟ ਹੋ ਜਾਂਦੇ ਆ। ਯਾਨੀ ਅਧਿਕਾਰਾਂ ਦੀ ਮੰਗ ਸ਼ੁਰੂ ਹੋ ਜਾਂਦੀ ਹੈ, ਲੋਕਤੰਤਰ ਦੀ ਮੰਗ ਸ਼ੁਰੂ ਹੋ ਜਾਂਦੀ ਹੈ, ਸੰਵਿਧਾਨ ਦੀ ਮੰਗ ਸ਼ੁਰੂ ਹੋ ਜਾਂਦੀ ਹੈ। ਇਸੇ ਤਰ੍ਹਾਂ ਦੀਆਂ ਮੰਗਾਂ ਜਰਮਨੀ ਦੀਆਂ ਰਿਆਸਤਾਂ ਵਿੱਚ, ਆਸਟਰੀ ਦੀਆਂ ਰਿਆਸਤਾਂ ਵਿੱਚ ਵੀ ਸਟਾਰਟ ਹੋਈਆਂ। ਤਾਂ ਜਿਹੜਾ ਮੈਟਰਨਿਕ ਉਸ ਵੇਲੇ ਤੱਕ ਬਹੁਤ ਇੱਕ ਪਾਵਰਫੁਲ ਹੋ ਚੁੱਕਾ ਸੀਗਾ, ਉਹਦੀ ਹੁਣ 1848 ਈਸਵੀ ਤੋਂ ਬਾਅਦ ਜਿਹੜੀ ਹੈ ਪਾਵਰ ਘਟਣੀ ਸ਼ੁਰੂ ਹੋ ਜਾਂਦੀ ਹੈ।
ਔਰ 1848 ਈਸਵੀ ਦੀ ਕ੍ਰਾਂਤੀ ਤੋਂ ਬਾਅਦ ਈਵਨ ਬਹੁਤ ਸਾਰੀਆਂ ਰਿਆਸਤਾਂ ਜਰਮਨੀ ਦੀਆਂ ਇਹ ਸੋਚਣ ਲੱਗ ਜਾਂਦੀਆਂ ਕਿ ਜਿਹੜਾ ਪ੍ਰਸ਼ੀਆ ਦਾ ਕਿੰਗ ਹੈਗਾ ਉਹਦਾ ਨਾਮ ਸੀਗਾ ਫਰੈਡਰਿਕ ਵਿਲੀਅਮ ਚੌਥਾ, ਤੇ ਉਹਦੇ ਅਧੀਨ ਅਗਰ ਇਹ ਸਾਰਿਆਂ ਨੂੰ ਇਕੱਠਾ ਕੀਤਾ ਜਾ ਸਕੇ, ਨਵਾਂ ਸੰਵਿਧਾਨ ਬਣਾਇਆ ਜਾ ਸਕੇ, ਤਾਂ ਉਹਦੀ ਇੱਕ ਐਫਰਟ ਕੀਤੀ ਜਾਣੀ ਚਾਹੀਦੀ ਹੈ। ਔਰ ਇਸੇ ਐਂਗਲ ਤੋਂ ਫਰੈਂਕਫਰਟ ਪਾਰਲੀਮੈਂਟ ਯਾਨੀ ਜਰਮਨ ਦੀ ਪਾਰਲੀਮੈਂਟ, ਪ੍ਰਸ਼ੀਅਨ ਦੀ ਪਾਰਲੀਮੈਂਟ, ਉਹਦੇ ਲਈ ਉਹਨਾਂ ਨੇ 31 ਮਾਰਚ 1848 ਈਸਵੀ ਨੂੰ ਅਲੱਗ-ਅਲੱਗ ਰਾਜਾਂ ਦੇ ਉਦਾਰਵਾਦੀਆਂ ਦੇ 521 ਪ੍ਰਤੀਨਿਧੀ ਉੱਥੇ ਇਕੱਠੇ ਹੋਏ। तो एक बड़ा काम सीगा जिहड़ा उस वेले होया। और उन्होंने ये भी फैसला किया कि ਵੱਖ-ਵੱਖ राज्यां विच लोकां द्वारे चुने गए मैंबरां दी राष्ट्रीय सभा बुला के ये सारे जर्मनी दे राज्यां दा एकीकरण दे लई एक योजना तैयार की जाए और इन्हां नूं एक साझा संविधान बनाउण दी जिहड़ी जिम्मेवारी है वो सौंपी जाए। ये बेटा रूप रेखा डिवेलप होनी स्टार्ट हो गई और उहदे सिट्टे वजों 18 मई 1848 ईस्वी में राष्ट्र सभा का निर्माण होया और बड़ी मेहनत नाल इस फ्रैंकफर्ट पार्लीमेंट ने 10 महीने जिहड़ा काम किया, एक नवा संविधान भी तैयार कर लिया और उहदे मुताबिक ये फैसला किया कि जिहड़ा प्रशिया का सम्राट होएगा वो जर्मनी का किंग बनेगा। पर उरे जिहड़ा जर्मनी का बादशाह सीगा, जिहड़ा किंग सीगा, उन्हें ये सारी योजना नूं कहंदे भी खूह च पा दिता, डस्टबिन च सुट दिता। और वो इन्ना कुछ उस वेले हंकार नाल भरिया होया सी, बीइंग ए किंग, जिद्दां असीं पहलां गल कर चुके हैं कि उन्होंने हुंदे सी सानूं डिवाइन राइट्स ने, सानूं तां ईश्वर ने नियुक्त कीता है, लोकां दा साडे नियुक्ति दे विच कोई रोल नहीं हुंदा। तो उन्हें बेटा उत्थे ये कह के ना कर दित्ती पूरे जर्मनी दा किंग बनन तो कि मैं ताज नूं गंदे नाले विचों चुकण लई तैयार नहीं आ, भी लोकी मैनूं बनाणगे राजा, मैं तां खुद राजा बनना। दिस टाइप ऑफ फीलिंग जिहदे करके जर्मनी दे इस एकीकरण की जिहड़ी योजना सी फ्रैडरिक विलीयम चौथे की अधीनता दे विच वो जिहड़ी कोशिश सी बेटा वो सफल नहीं हो सकी। तो ये कोशिशां उहदे विच नाकाम हो गई। तो इन्हां जदों असीं कोशिशां नूं नाकाम देखदे हां तां असीं आम तौर ते की सिट्टा कढदे हां भी नाकामी क्यों रही। एक तो ये रही भी किते ना किते जिहड़े उदारवादी सी, जिहड़े इस नूं डिवेलप करना चाहते सीगे, वो प्रॉपर मूव नहीं बना पाए। दूजा आस्ट्रिया लगातार क्योंकि विरोध करता रहा, साजिशां करता रहा, पहला मैटरनिक ने सफल नहीं होने दित्तियां और उस तो बाद असीं देखिया कि जिहड़ा फ्रैडरिक विलीयम चौथा सीगा उहने अपनियां जिहड़ी हैगी है दूरदर्शी नहीं दिखाई, दूरदर्शिता नहीं दिखाई और उहदे करके भी हो गई। और होर कोई लीडर उस वेले 1848-49 ईस्वी तक नहीं सीगा जिहड़ा इन्हां सारियां नूं इकट्ठा करके प्रैशर पांदा कि जर्मनी दे एकीकरण वाले पासे सानूं वधना चाहीदा है। तो यानी 1850-52 तक ये परिस्थितियां नज़र नहीं आतीआं। ये परिस्थितियां बेटा बदलदियां कदों ने, वो असीं हुण अगलियां 3 स्टेजिस नूं पढ़ना स्टार्ट करना है कि जदों इन्हां रुकावटां नूं दूर करन दे लई एक नवीआं कोशिशां स्टार्ट हुंदियां। वो हुंदी है कि जदों असीं देखदे हां कि बिस्मार्क नूं प्रशिया दा प्रधानमंत्री बनाया जाता है और उस वेले जिहड़ा पुराना किंग सीगा फ्रैडरिक चौथा ਉਹਦੀ ਡੈਥ हो चुकी है और उत्थे हुण विलियम फस्ट जिहड़ा कि ਉਹਦਾ ब्रदर सीगा ਉਹ हुण प्रशिया ਦਾ किंग बनता है। तो जिहड़ा विलियम फस्ट है वो प्रशिया ਨੂੰ भी स्ट्रोंग बनाना चाहता है और ਉਹ एक वड्डी पावर के रूप ਦੇ ਵਿੱਚ उभरना चाहता है और इसे करके इसे दृष्टिकोण के नाल उसने बिस्मार्क ਨੂੰ अपना प्रधानमंत्री नियुक्त किया 1862 ईस्वी। नंबर 2 जिहड़ा बिस्मार्क है ਉਹਦੀ एक पॉलिसी, ਉਹਦੀ नीति है दैट इज़ ए ਜਿਹਨੂੰ ਕਹਿੰਦੇ ਆ कि ब्लड एंड आयरन की पॉलिसी, लहू ते लोहे की नीति, ਜਿਹੜਾ कि बहुत उस वेले का मशहूर राजनीतिक कमान भी होया है। वो रूस ते फ्रांस दे विच प्रशिया का अंबैसडर भी रह चुका सीगा, इस करके वो जर्मनी के नाल नाल फ्रांस दीयां परिस्थितियां नूं भी बड़े चंगे ढंग दे नाल समझदा सीगा। वो आस्ट्रिया दे नाल अपनी दोस्ती के हक च भी सीगा क्योंकि आस्ट्रिया ते जर्मनी की जिहड़ी नस्ल है वो लगभग एक है। ਤੇ ਪਰ ਉਹ ਇਸ ਗੱਲ ਦੇ ਉੱਤੇ ਵੀ ਬੜਾ ਕਲੀਅਰ ਸੀ ਵੀ ਜੇ ਜਰਮਨੀ ਨੂੰ ਇਕੱਠਾ ਕਰਨ ਦੇ ਲਈ ਮੈਨੂੰ ਆਸਟਰੀਆ ਨਾਲ ਵੀ ਲੜਨਾ ਪੈਂਦਾ ਹੈ ਤਾਂ ਮੈਨੂੰ ਕੋਈ ਦਿੱਕਤ ਨਹੀਂ ਹੋਏਗੀ ਔਰ ਇਸ ਚੀਜ਼ ਨੂੰ ਲਾਗੂ ਕਰਨ ਦੇ ਲਈ ਅਗਰ ਸਖਤੀ ਦੇ ਨਾਲ ਫੈਸਲੇ ਕਰਨੇ ਪੈਂਦੇ ਨੇ ਜਿਹਨੂੰ ਅਸੀਂ ਬਲੱਡ ਐਂਡ ਆਇਰਨ ਪਾਲਿਸੀ ਕਹਿ ਦਿੰਦੇ ਆ ਤਾਂ ਉਹਦੇ ਵਿੱਚ ਵੀ ਉਹਨੂੰ ਕੋਈ ਪਰਹੇਜ਼ ਨਹੀਂ ਸੀ। ਔਰ ਉਹਦੇ 3 ਤੁਸੀਂ ਕਹ ਲਓ ਵੀ ਮੇਨ ਪਹਿਲੂ ਹੈ ਉਹਦੀ ਇਸ ਪਾਲਿਸੀ ਦੇ। 2 ਪਹਿਲੂ बड़े इंपोर्टेंट है। पहला कि जर्मनी का एकीकरण सिर्फ प्रशिया की अगवाई विच ही हो सकता है। सो प्रशिया विल हैव टू टेक द लीड।
ਦੂਜਾ, ਆਸਟਰੀਆ ਨੂੰ ਸ਼ਕਤੀ ਨਾਲ ਜਰਮਨੀ ਵਿੱਚੋਂ ਕੱਢ ਦੇਣਾ, ਯਾਨੀ ਆਸਟਰੀਆ ਦਾ ਜੋ ਪ੍ਰਭਾਵ, ਜੋ ਦਖਲਅੰਦਾਜ਼ੀ ਜਰਮਨੀ 'ਚ ਹੈ, ਉਹ ਸਾਨੂੰ ਖਤਮ ਕਰਨੀ ਪਊਗੀ। ਇਸ ਦ੍ਰਿਸ਼ਟੀਕੋਣ ਦੇ ਨਾਲ ਬੇਟਾ ਉਹਨੇ ਆਪਣੀ ਸਟ੍ਰੈਟਜੀਜ਼ ਬਣਾਈਆਂ, ਜਿਹਦੀਆਂ 3 ਸਟੇਜਿਸ ਨੇ, ਯਾਨੀ ਉਹਦੇ 'ਚ 3 ਲੜਾਈਆਂ ਨੇ। ਪਹਿਲੀ ਸਟੇਜ ਹੈ ਜਿਹਦੇ ਵਿੱਚ ਡੈਨਮਾਰਕ ਦਾ ਕੰਟਰੋਲ ਖਤਮ ਕੀਤਾ ਜਾਂਦਾ ਹੈ, ਉਹਨੂੰ ਅਸੀਂ ਕਹਿੰਦੇ ਹਾਂ ਡੈਨਮਾਰਕ ਨਾਲ ਲੜਾਈ 1864 ਈਸਵੀ ਦੇ ਵਿੱਚ ਹੋਈ। ਉਹਦੀ ਲੜਾਈ ਦੇ ਮੇਨ ਮੁੱਦੇ ਕੀ ਸੀਗੇ ਕਿ 2 ਪ੍ਰਦੇਸ਼ ਸੀਗੇ ਜਿਨ੍ਹਾਂ ਦਾ ਨਾਮ ਹੈ ਸ਼ਲੇਸਵਿਗ ਤੇ ਹੋਲਸਟੀਨ। ਸਰ ਨਾਮ ਦੁਬਾਰਾ ਬੋਲਿਓ। ਸ਼ਲੇਸਵਿਗ ਔਰ ਹੋਲਸਟੀਨ, ਇਹ ਦੋਨੋਂ ਪ੍ਰਦੇਸ਼ ਜਰਮਨੀ ਦੇ ਉੱਪਰ ਤੇ ਡੈਨਮਾਰਕ ਦੇ ਨੀਚੇ ਨੇ, ਯਾਨੀ ਜਰਮਨੀ ਤੇ ਡੈਨਮਾਰਕ ਦੇ ਵਿੱਚ ਲੱਗਦੇ ਨੇ। ਔਰ ਇਹਨਾਂ ਦੋਨਾਂ ਦੇ ਉੱਤੇ ਕੰਟਰੋਲ ਉਹਦਾ ਸੀ, ਲੇਕਿਨ ਡੈਨਮਾਰਕ ਦੇ ਸ਼ਾਸਕ ਦਾ ਸਿੱਧਾ ਇਹਨਾਂ ਡੱਚੀਆਂ ਦੇ ਨਾਲ, ਇਹਨਾਂ ਦੀ ਪਾਪੂਲੇਸ਼ਨ ਦੇ ਨਾਲ ਕੋਈ ਸੰਬੰਧ ਨਹੀਂ ਸੀ। ਜਿਹੜਾ ਹੋਲਸਟੀਨ ਹੈ ਉਹ ਈਵਨ ਜਰਮਨ ਸੰਘ ਦਾ, ਜਿਹੜੀ ਅਸੀਂ ਜੋਲਵਰੰਦੀ ਪਹਿਲਾਂ ਕੀਤੀ ਹੈ, ਉਹਦਾ ਮੈਂਬਰ ਵੀ ਸੀਗਾ। ਔਰ ਇਹਨਾਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਸੀ ਉਹ ਜ਼ਿਆਦਾ ਜਰਮਨ ਦੇ ਸੀਗੇ, ਕੁਝ ਡੈਨਮਾਰਕ ਵੀ ਸੀ, ਲੇਕਿਨ ਉਹਨਾਂ ਵਿੱਚ ਇੱਕ ਫੀਲਿੰਗ ਆਫ ਨੈਸ਼ਨਲ ਪ੍ਰਾਈਡ ਜਿਹੜੀ ਹੈ ਉਹ ਉੱਭਰ ਆਉਂਦੀ ਹੈ। 1863 'ਚ ਕੀ ਹੋਇਆ ਕਿ ਡੈਨਮਾਰਕ ਦੇ ਨਵੇਂ ਸ਼ਾਸਕ ਕ੍ਰਿਸਚੀਅਨ 9th ਨੇ ਨਵਾਂ ਸੰਵਿਧਾਨ ਲਾਗੂ ਕਰਕੇ ਸ਼ਲੇਸਵਿਗ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ, ਤੋਂ ਯਾਨੀ ਇੱਕ ਚਿੰਗਾਰੀ ਫੁੱਟ ਗਈ। ਜਦ ਕਿ ਪਹਿਲਾਂ ਇੱਕ ਸਟੇਟਸ ਕੋ ਚੱਲਿਆ ਆਂਦਾ ਸੀ, ਕੰਟਰੋਲ ਸੀ, ਥੋੜਾ ਬਹੁਤਾ ਚੱਲੀ ਜਾਂਦਾ ਸੀ, ਲੇਕਿਨ ਕੋਈ ਦਖਲਅੰਦਾਜ਼ੀ ਨਹੀਂ ਸੀ ਕਰਦਾ। ਇਸ ਗੱਲ ਦਾ ਵਿਰੋਧ ਬਿਸਮਾਰਕ ਨੇ ਕੀਤਾ। ਉਹਨੇ ਆਸਟਰੀਆ ਨੂੰ ਕੌਨਫੀਡੈਂਸ ਲਿਆ, ਕਿਉਂਕਿ ਉਹ ਆਸਟਰੀਆ ਨਾਲ ਚੰਗੇ ਸੰਬੰਧਾਂ ਦੀ ਹਮੇਸ਼ਾ ਹਮਾਇਤ ਰੱਖਦਾ ਸੀਗਾ, ਤੇ ਡੈਨਮਾਰਕ ਨੂੰ ਉਸਨੇ ਚੇਤਾਵਨੀ ਦਿੱਤੀ ਕਿ ਤੁਸੀਂ ਇਹਨਾਂ ਪ੍ਰਦੇਸ਼ਾਂ ਨੂੰ ਖਾਲੀ ਕਰ ਦਿਓ, ਜਿਹੜਾ ਤੁਸੀਂ ਉਹਨੂੰ ਆਪਣੇ ਰਾਜ ਵਿੱਚ ਸ਼ਾਮਲ ਕੀਤਾ ਹੈ ਉਹਨੂੰ ਬੰਦ ਕਰ ਦਿਓ, ਔਰ ਜੇ ਨਹੀਂ ਕਰੋਗੇ ਤਾਂ ਫਿਰ ਜੰਗ ਹੋਏਗੀ। ਔਰ ਅਖੀਰ ਬਿਸਮਾਰਕ ਨੇ ਡੈਨਮਾਰਕ ਨਾਲ ਆਸਟਰੀਆ ਨਾਲ ਮਿਲ ਕੇ ਡੈਨਮਾਰਕ ਦੇ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ, ਔਰ ਡੈਨਮਾਰਕ ਨੂੰ ਉਸ ਲੜਾਈ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਔਰ ਉਹਨੇ ਇਹ ਮੰਨ ਲਿਆ ਕਿ ਇਹਨਾਂ ਦੋਨੋਂ ਡੱਚੀਆਂ ਦੇ ਉੱਤੇ, ਬੇਟੇ ਬੜੀ ਇੰਪੋਰਟੈਂਟ ਲਾਈਨ ਹੈ, ਧਿਆਨ ਨਾਲ ਸਮਝ ਲੈਣਾ, ਆਸਟਰੀਆ ਤੇ ਪ੍ਰਸ਼ੀਆ ਦਾ ਸਾਂਝਾ ਅਧਿਕਾਰ ਹੈ। ਦੋਵਾਂ ਦਾ ਅਧਿਕਾਰ ਮੰਨਿਆ, ਇਕੱਲੇ ਪ੍ਰਸ਼ੀਆ ਦਾ ਨਹੀਂ, ਇਕੱਲੇ ਆਸਟਰੀਆ ਦਾ ਨਹੀਂ। ਔਰ ਇਹਦੇ ਮੁਤਾਬਿਕ ਸ਼ਲੇਸਵਿਗ ਦੇ ਉੱਤੇ ਕੰਟਰੋਲ ਪ੍ਰਸ਼ੀਆ ਦਾ ਰਹੇਗਾ ਤੇ ਹੋਲਸਟੀਨ ਦੇ ਉੱਤੇ ਆਸਟਰੀਆ ਦਾ ਰਹੇਗਾ। ਇਹ ਗੱਲ ਸਮਝਣੀ। ਹੁਣ ਜਿਹੜਾ ਆਸਟਰੀਆ ਦਾ ਕੰਟਰੋਲ ਰਹੇਗਾ ਬੇਟਾ, ਉਹ ਲਗਭਗ ਅਸੰਭਵ ਸੀ। ਕਿਉਂ? ਕਿਉਂਕਿ ਉਹਦੀ ਕੋਈ ਬਾਉਂਡਰੀ ਉਹਦੇ ਨਾਲ ਨਹੀਂ ਸੀ ਲੱਗਦੀ, ਤੇ ਜਿਹਦੀ ਬਾਉਂਡਰੀ ਨਹੀਂ ਲੱਗਦੀ ਉਹਨੇ ਦੂਜੇ ਏਰੀਏ ਤੇ ਉਹਨਾਂ ਜ਼ਮਾਨਿਆਂ 'ਚ ਜਦੋਂ 에ਅਰ ਫੋਰਸ ਨਹੀਂ ਹੁੰਦੀ ਸੀ ਤਾਂ ਕੰਟਰੋਲ ਕਰਨਾ, ਜਿੱਥੇ ਸੀ ਰੂਟ ਨਹੀਂ ਹੈ, ਕੰਟਰੋਲ ਕਰਨਾ ਲਗਭਗ ਅਸੰਭਵ ਹੁੰਦਾ ਸੀਗਾ। ਤੋ ਇਹ ਕੀਤਾ ਵੀ ਜਾਣਬੁੱਝ ਕੇ ਗਿਆ ਬਿਸਮਾਰਕ ਦੁਆਰਾ, ਤਾਂ ਕਿ ਜਦੋਂ ਚਾਹਾਂ ਤਾਂ ਮੈਂ ਆਸਟਰੀਆ ਨੂੰ ਉਹਦੇ ਇਸ ਪ੍ਰਦੇਸ਼ ਵਿੱਚੋਂ ਕੱਢ ਸਕਦਾ ਹੈਗਾ, ਕਿਉਂਕਿ ਆਸਟਰੀਆ ਡਾਇਰੈਕਟਲੀ ਉੱਥੇ ਪਹੁੰਚ ਨਹੀਂ ਪਾਏਗਾ। ਤੋ ਇਸ ਤਰੀਕੇ ਦੇ ਨਾਲ ਡੈਨਮਾਰਕ ਨੂੰ ਉਸਨੇ ਪਰੇ ਕਰ ਦਿੱਤਾ। ਹੁਣ ਡੈਨਮਾਰਕ ਨੂੰ ਇਹ ਗੁੱਸਾ ਹੈ ਕਿ ਆਸਟਰੀਆ ਨੇ ਅਗਰ ਮੇਰਾ ਸਾਥ ਦਿੱਤਾ ਹੁੰਦਾ ਤਾਂ ਇਹ ਇਲਾਕੇ ਮੇਰੇ ਹੱਥੋਂ ਨਹੀਂ ਸੀ ਜਾਣੇ। ਇਸ ਕਰਕੇ ਡੈਨਮਾਰਕ ਇਜ਼ ਨਾਓ ਡੈਡਲੀ ਅਗੇਂਸਟ ਦਾ ਆਸਟਰੀਅਨਸ। ਤੋ ਇਸ ਲੜਾਈ ਨੂੰ ਜਿੱਤਣ ਤੋਂ ਬਾਅਦ ਹੁਣ ਪ੍ਰਸ਼ੀਆ ਨੂੰ ਇਹ ਲੱਗਦਾ ਹੈ ਕਿ ਜਿੰਨੀ ਦੇਰ ਤੱਕ ਮੈਂ ਆਸਟਰੀਆ ਦਾ ਕੰਟਰੋਲ, ਦਖਲਅੰਦਾਜ਼ੀ ਖਤਮ ਨਹੀਂ ਕਰਦਾ ਜਰਮਨ ਰਿਆਸਤਾਂ 'ਚ, ਤਾਂ ਓਨੀ ਦੇਰ ਤੱਕ ਬੇਟਾ ਜਰਮਨੀ ਨੂੰ ਇਕੱਠਾ ਨਹੀਂ ਕੀਤਾ ਜਾ ਸਕਦਾ। ਔਰ ਆਸਟਰੀਆ ਜਿਹੜਾ ਸੀਗਾ ਉਹ ਜਰਮਨ ਸੰਘ ਦੇ ਉੱਤੇ ਆਪਣਾ ਕੰਟਰੋਲ ਹੋਰ ਵਧਾਉਣਾ ਚਾਹੁੰਦਾ ਸੀ, ਜਿਸ ਕਰਕੇ ਬਿਸਮਾਰਕ ਨੂੰ ਹੋਰ ਜ਼ਿਆਦਾ ਚਿੰਤਾ ਵੱਧ ਗਈ ਔਰ ਦੋਨਾਂ ਦੀ ਟਸਲ ਸਟਾਰਟ ਹੋ ਗਈ। ਔਰ ਉਹਦੇ ਵਿੱਚ ਇੱਕ ਆਲਰੇਡੀ ਇੱਕ ਹੋਰ ਵੀ ਇਸ਼ੂ ਆ ਚੁੱਕਾ ਸੀ 1860 ਈਸਵੀ 'ਚ। ਹੌਂਸੇ ਦੇ ਸ਼ਾਸਕ ਨੇ ਨਵੇਂ ਸੰਵਿਧਾਨ ਦੇਣ ਉੱਤੇ ਵੀ ਉਦਾਰਵਾਦੀ ਸੰਤੁਸ਼ਟ ਨਾ ਹੋਏ, ਜਿਹਦੇ ਕਰਕੇ ਉਹਦੇ ਝਗੜਾ ਵਧਿਆ। ਔਰ ਇਸ ਝਗੜੇ ਵਿੱਚ ਆਸਟਰੀਆ ਨੇ ਉਸ ਰਾਜੇ ਦੇ ਖਿਲਾਫ ਜਨਤਾ ਦਾ ਸਾਥ ਦਿੱਤਾ, ਜਦ ਕਿ ਜਿਹੜਾ ਬਿਸਮਾਰਕ ਹੈ ਉਹ ਵਿਲੀਅਮ ਪਹਿਲੇ ਦੇ ਅੰਡਰ ਜਰਮਨੀ ਦਾ ਏਕੀਕਰਨ ਕਰਨਾ ਚਾਹੁੰਦਾ, ਯਾਨੀ ਦੇ ਆਰ ਇਨ ਫੇਵਰ ਆਫ ਕਿੰਗਸ਼ਿਪ, ਦੇ ਆਰ ਨਾਟ ਇਨ ਫੇਵਰ ਆਫ ਡੈਮੋਕ੍ਰੇਸੀ। ਬਿਸਮਾਰਕ ਡੈਮੋਕ੍ਰੇਸੀ ਦੀ ਫੇਵਰ 'ਚ ਨਹੀਂ ਹੈ, ਤੇ ਆਸਟਰੀਆ ਜਦੋਂ ਡੈਮੋਕ੍ਰੇਸੀ, ਲੋਕਤੰਤਰ ਦੀ ਹਮਾਇਤ ਕਰ ਰਿਹਾ ਹੈ ਤਾਂ ਨੈਚੁਰਲੀ ਹੈ ਕਿ ਉਹਦੇ ਬਿਸਮਾਰਕ ਨਾਲ ਸੰਬੰਧ ਹੋਰ ਵਿਗੜਨੇ ਸ਼ੁਰੂ ਹੋਏ। ਔਰ ਜਦੋਂ ਤੀਜੀ ਗੱਲ ਹੈ ਕਿ ਜਰਮਨੀ ਦਾ ਏਕੀਕਰਨ ਹੁੰਦੇ ਦੇਖ ਰਿਹਾ, ਉਹ ਦੇਖ ਰਿਹਾ ਕਿ ਪ੍ਰਸ਼ੀਆ ਕਿਸ ਐਫਰਟ 'ਚ ਲੱਗਿਆ ਹੋਇਆ, ਤਾਂ ਇਸ ਕਰਕੇ ਵੀ ਉਹਨਾਂ ਵਿੱਚ ਸੰਬੰਧ ਵਿਗੜਨੇ ਸਟਾਰਟ ਹੋਏ। ਹੁਣ ਇੱਥੇ ਬਿਸਮਾਰਕ ਦੀ ਇੱਕ ਬੜੀ ਜ਼ਬਰਦਸਤ ਕੂਟਨੀਤੀ ਹੈ, ਡਿਪਲੋਮੇਸੀ ਹੈ। ਉਹ ਬਿਸਮਾਰਕ ਨੂੰ ਇਹ ਪਤਾ ਹੈ ਕਿ ਜੇ ਮੈਂ ਆਸਟਰੀਆ ਨਾਲ ਲੜਿਆ ਤਾਂ 3 ਵੱਡੀਆਂ ਤਾਕਤਾਂ
ਦਖਲ ਦੇ ਸਕਦੀਆਂ ਤੇ ਸਾਰਾ ਸਿਸਟਮ ਜਿਹੜਾ ਮੇਰਾ ਉਲਟ ਸਕਦਾ ਹੈ। ਇਸ ਕਰਕੇ ਕੀ ਕਰਦਾ ਉਹ ਤਿੰਨ ਵੱਡੀਆਂ ਤਾਕਤਾਂ ਕਿਹੜੀਆਂ? ਇੰਗਲੈਂਡ, ਫਰਾਂਸ ਤੇ ਰਸ਼ੀਆ। ਇੰਗਲੈਂਡ ਨੇ ਲਗਭਗ ਉਸ ਵੇਲੇ ਇੱਕ ਨੀਤੀ ਅਪਣਾਈ ਹੋਈ ਹੈ ਕਿ ਮੈਂ ਦਖਲ ਨਹੀਂ ਕਰਨਾ ਕਿਤੇ ਵੀ, ਮੈਂ ਆਪਣਾ ਵਪਾਰ ਦੇਖਣਾ ਹੈ, ਮੈਂ ਝਗੜਿਆਂ 'ਚ ਨਹੀਂ ਪੈਣਾ, ਲੜਾਈਆਂ 'ਚ ਨਹੀਂ ਪੈਣਾ। ਇਸ ਕਰਕੇ ਬਿਸਮਾਰਕ ਨੇ ਇੰਗਲੈਂਡ ਨੂੰ ਆਜ਼ਾਦ ਵਪਾਰ ਕਰਨ ਦੀ ਇਜਾਜ਼ਤ ਦੇ ਕੇ ਖੁਸ਼ ਕਰ ਰੱਖਿਆ ਸੀ। ਤਾਂ ਇਸ ਕਰਕੇ ਇੰਗਲੈਂਡ ਨੇ ਹੁਣ ਦਖਲ ਨਹੀਂ ਸੀ ਦੇਣਾ। ਰਸ਼ੀਆ ਨੂੰ ਬਿਸਮਾਰਕ ਨੇ ਸਪੋਰਟ ਕੀਤੀ ਪੋਲੈਂਡ ਦੇ ਵਿੱਚ, ਜਿਹਦੇ ਕਰਕੇ ਰਸ਼ੀਆ ਬਿਸਮਾਰਕ ਦੇ ਅਗੇਂਸਟ ਨਹੀਂ ਸੀ ਜਾ ਸਕਦਾ। ਤੇ ਹੁਣ ਸਮੱਸਿਆ ਰਹਿ ਗਈ ਬੇਟਾ ਸਿਰਫ ਤੇ ਸਿਰਫ ਫਰਾਂਸ ਦੀ। ਇਸ ਕਰਕੇ ਹੁਣ ਉਹਨੇ ਪਹਿਲਾਂ ਫਰਾਂਸ ਨੂੰ ਆਪਣੇ ਕੌਨਫੀਡੈਂਸ 'ਚ ਲੈਣਾ ਜ਼ਰੂਰੀ ਸਮਝਿਆ। ਉਹਨੇ ਕੀ ਕੀਤਾ, ਨੈਪੋਲੀਅਨ ਤੀਜਾ ਜਿਹੜਾ ਉਸ ਵੇਲੇ ਫਰਾਂਸ ਦਾ ਕਿੰਗ ਸੀਗਾ, ਉਹਦੇ ਨਾਲ ਮੁਲਾਕਾਤ ਕੀਤੀ ਔਰ ਉਹਦੇ ਕੋਲੇ ਵਚਨ ਲਿਆ ਕਿ ਅਗਰ ਮੇਰੀ ਆਸਟਰੀਆ ਨਾਲ ਲੜਾਈ ਹੋਏਗੀ ਤਾਂ ਫਰਾਂਸ ਨਾ ਮੇਰੀ ਮਦਦ ਕਰੇਗਾ ਨਾ ਆਸਟਰੀਆ ਦੀ ਮਦਦ ਕਰੇਗਾ, ਨਿਰਪੱਖ ਰਹੇਗਾ। ਇਹ ਵੀ ਨਹੀਂ ਕਿਹਾ ਵੀ ਮੇਰੀ ਸਪੋਰਟ ਕਰ। ਔਰ ਉਹਦੇ ਬਦਲੇ ਉਹ ਕਹਿੰਦਾ ਵੀ ਜਿਹੜਾ ਬੈਲਜੀਅਮ ਜਾਂ ਰਾਈਨ ਨਦੀ ਦੇ ਜਿਹੜੇ ਪ੍ਰਦੇਸ਼ ਨੇ ਉਹ ਫਰਾਂਸ ਨੂੰ ਦੇ ਦਿੱਤੇ ਜਾਣਗੇ। ਤਾਂ ਇਸ ਤਰੀਕੇ ਦੇ ਨਾਲ ਉਹਨੇ ਇਹ ਬਿਸਮਾਰਕ ਨੇ ਫਰਾਂਸ ਨੂੰ ਵੀ ਕਾਬੂ ਕਰ ਲਿਆ, ਇੰਗਲੈਂਡ ਨੂੰ ਵੀ ਕਾਬੂ ਕਰ ਲਿਆ, ਰਸ਼ੀਆ ਨੂੰ ਵੀ ਕਾਬੂ ਕਰ ਲਿਆ। ਇਟਲੀ ਦੀ ਉਹ ਪਹਿਲਾਂ ਸਪੋਰਟ ਲੈ ਚੁੱਕਾ, ਕਿਉਂਕਿ ਜਦੋਂ ਇਟਲੀ ਦਾ ਏਕੀਕਰਨ ਹੋ ਰਿਹਾ ਸੀ ਤਾਂ ਬਿਸਮਾਰਕ, ਅਸੀਂ 1870 'ਚ ਪੜ੍ਹਦੇ ਹਾਂ ਕਿ ਉਹਨੇ ਉਹਨੂੰ ਕਿਹਾ ਸੀਗਾ ਕਿ ਫਰਾਂਸ ਦੇ ਨਾਲ ਮੇਰੀ ਲੜਾਈ ਹੋਏਗੀ ਤਾਂ ਉਸ ਵੇਲੇ ਇਟਲੀ ਦਾ ਏਕੀਕਰਨ, ਰੋਮ ਦੇ ਵਿੱਚੋਂ ਆਪਣੀਆਂ ਫੌਜਾਂ ਵਾਪਸ ਕੱਢਦਾ, ਉਹ ਸਿਨੈਰੀਓ ਡਿਵੈਲਪ ਹੋ ਚੁੱਕਾ। ਔਰ ਡੈਨਮਾਰਕ ਜਿਹੜਾ ਹੈਗਾ ਉਹ ਇਸ ਕਰਕੇ ਆਸਟਰੀਆ ਤੋਂ ਪਹਿਲੇ ਨਾਰਾਜ਼ ਹੋ ਚੁੱਕਾ ਹੈ ਕਿ ਡੈਨਮਾਰਕ ਤੇ ਪ੍ਰਸ਼ੀਆ ਦੀ ਲੜਾਈ ਦੇ ਸਮੇਂ ਆਸਟਰੀਆ ਨੇ ਜਰਮਨੀ ਦੀ ਮਦਦ ਕੀਤੀ। ਤਾਂ ਇਸ ਕਰਕੇ ਇਹ परिस्थितियां बेटा डेवलप हो चुकी हैं और आस्ट्रिया ने 1866 तो बाद जर्मनी के खिलाफ जंग का ऐलान कर दिता। और जो जंग चलती अगे, जिसनों असीं अगे जाके पढ़ांगे, फ्रैंको प्रशियन वार 1870 ਦੇ ਵਿੱਚ, ਤਾਂ ਉਹਦੇ ਜੇ ਅਸੀਂ ਕਾਰਨ ਅਲੱਗ ਤੌਰ ਦੇ ਉੱਤੇ ਦੇਖਣੇ ਹੋਣ ਤਾਂ ਬੇਟਾ ਉਹਨੂੰ ਅਸੀਂ ਦੇਖ ਸਕਦੇ ਹਾਂ ਕਿ ਮੈਕਸੀਕੋ ਦੇ ਵਿੱਚ ਜਦੋਂ ਨੈਪੋਲੀਅਨ ਤੀਜਾ ਨੂੰ ਬਹੁਤ ਭਾਰੀ ਨੁਕਸਾਨ ਉਠਾਉਣਾ ਪੈਂਦਾ ਹੈ ਤਾਂ ਹੁਣ ਨੈਪੋਲੀਅਨ ਪ੍ਰਸ਼ੀਆ ਨਾਲ ਲੜਾਈ ਕਰਕੇ ਆਪਣੇ ਉਸ ਗੌਰਵ ਨੂੰ, ਉਸ ਇਤਿਹਾਸਿਕ ਜਿਹੜੀ ਉਹਦੀ ਇਮੇਜ ਬਣੀ ਹੋਈ ਹੈ ਜਿੱਤਣ ਦੀ, ਉਹਨੂੰ ਬਰਕਰਾਰ ਕਰਨਾ ਚਾਹੁੰਦਾ ਹੈ। ਇਹ ਸੌਰੀ ਇਹਦੇ 'ਚ ਅਸੀਂ ਇੱਕ ਸਟੈਪ ਪਹਿਲਾਂ ਉਹਨੂੰ ਕੰਪਲੀਟ ਕਰ ਲਈਏ ਕਿ ਜਿਹੜੀ ਹੁਣ 1866 ਦੇ ਵਿੱਚ ਪਹਿਲਾਂ ਆਸਟ੍ਰੋ ਪ੍ਰਸ਼ੀਅਨ ਵਾਰ ਕੰਪਲੀਟ ਕਰ ਲਈਏ ਕਿ 1866 ਦੇ ਵਿੱਚ ਆਸਟਰੀਆ ਨੇ ਹੋਲਸਟੀਨ ਦੇ ਮੁੱਦੇ ਨੂੰ ਲੈ ਕੇ ਕਿ ਉੱਥੇ ਪ੍ਰਬੰਧ ਠੀਕ ਨਹੀਂ ਚੱਲ ਰਿਹਾ, ਬਿਸਮਾਰਕ ਨੇ ਆਸਟਰੀਆ ਉੱਤੇ ਇਲਜ਼ਾਮ ਲਾਇਆ ਤੇ ਉਹਨੇ ਉੱਥੋਂ ਜਿਹੜਾ ਹੈਗਾ ਉਸ ਸੰਧੀ ਨੂੰ ਤੋੜ ਦਿੱਤਾ। ਔਰ ਇਸ ਤਰੀਕੇ ਨਾਲ ਬਿਸਮਾਰਕ ਨੇ ਜਦੋਂ ਹੋਲਸਟੀਨ ਤੇ ਕਬਜ਼ਾ ਕਰ ਲਿਆ ਤੇ ਆਸਟਰੀਆ ਬੜਾ ਹੈਰਾਨ ਰਹਿ ਗਿਆ ਤੇ ਉਹਦੇ ਕੋਲੇ ਮਜਬੂਰੀ ਵਸ਼ ਕੁਝ ਚਾਰਾ ਨਹੀਂ ਰਿਹਾ ਤੇ 14 ਜੂਨ 1866 ਨੇ ਉਹਨੇ ਆਸਟਰੀਆ ਨੇ ਪ੍ਰਸ਼ੀਆ ਦੇ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ। ਔਰ ਜਦੋਂ ਜੰਗ ਦਾ ਐਲਾਨ ਹੋਇਆ ਤਾਂ ਇਸ ਲੜਾਈ ਦੇ ਵਿੱਚ ਅਲਟੀਮੇਟਲੀ ਪ੍ਰਸ਼ੀਆ ਨੇ ਆਸਟਰੀਆ ਨੂੰ ਹਰਾ ਦਿੱਤਾ ਔਰ ਹਰਾਉਣ ਤੋਂ ਬਾਅਦ 1866 'ਚ ਪ੍ਰਾਗ ਦੀ ਸੰਧੀ ਹੋਈ ਔਰ ਇਸ ਸੰਧੀ ਦੇ ਮੁਤਾਬਿਕ ਜਿਹੜਾ ਪੁਰਾਣਾ ਜਰਮਨ ਸੰਘ ਸੀ ਉਹਨੂੰ ਭੰਗ ਕਰ ਦਿੱਤਾ ਗਿਆ। ਆਸਟਰੀਆ ਨੂੰ ਜਰਮਨ ਸੰਘ 'ਚੋਂ ਬਾਹਰ ਕਰ ਦਿੱਤਾ ਗਿਆ। ਇਟਲੀ ਨੂੰ ਵਨੀਸ਼ੀਆ ਦਾ ਇਲਾਕਾ ਮਿਲ ਗਿਆ ਕਿਉਂਕਿ ਉਸੇ ਵੇਲੇ ਇਟਲੀ ਨੇ ਆਸਟਰੀਆ ਦੇ ਨਾਲ ਲੜਾਈ ਲੜੀ ਔਰ ਪ੍ਰਸ਼ੀਆ ਨੂੰ ਸ਼ਲੇਸਵਿਗ, ਹੋਲਸਟੀਨ, ਹੈਨੋਵਰ, ਨਸਾਓ, ਫਰੈਂਕਫਰਟ ਇਹ ਸਾਰੇ ਪ੍ਰਦੇਸ਼ ਉਹਦੇ ਅਧੀਨ ਆ ਗਏ ਔਰ ਇਸ ਤਰੀਕੇ ਦੇ ਨਾਲ ਇੱਕ ਵੱਡਾ ਰਾਜ ਸੰਘ ਜਰਮਨੀ ਦਾ ਉੱਤਰ ਦੇ ਵਿੱਚ ਤਿਆਰ ਹੋ ਗਿਆ। ਇਸ ਤਰੀਕੇ ਨਾਲ ਇਹ ਉੱਤਰੀ ਜਰਮਨੀ ਲਗਭਗ 1867 ਈਸਵੀ ਤੱਕ ਜਾਂਦੇ ਜਾਂਦੇ ਇਕੱਠਾ ਹੋ ਗਿਆ ਔਰ ਇਹਨਾਂ ਅਲੱਗ-ਅਲੱਗ ਰਾਜਾਂ ਦੇ 43 ਮੈਂਬਰਾਂ ਵਿੱਚੋਂ ਜਿਹੜੇ ਇੱਕ ਬਣਾਈ ਗਈ ਸੰਘ ਬਣਾਇਆ ਗਿਆ ਉਹਦੇ 'ਚ 47 ਮੈਂਬਰ ਜਿਹੜੇ ਸੀਗੇ ਉਹ ਪ੍ਰਸ਼ੀਆ ਦੇ ਲੱਤੇ ਗਏ। ਪਰ ਇਸ ਤਰੀਕੇ ਦੇ ਨਾਲ ਉੱਤਰੀ ਜਰਮਨੀ ਇੱਕ ਪਾਵਰਫੁਲ ਦੇ ਕੰਟਰੀ ਦੇ ਤੌਰ ਦੇ ਉੱਤੇ ਉੱਭਰਿਆ ਆ ਔਰ ਜਰਮਨੀ ਦੇ ਏਕੀਕਰਨ ਦੀਆਂ ਸੰਭਾਵਨਾਵਾਂ ਹੁਣ ਪੂਰੀ ਤਰ੍ਹਾਂ ਤਿਆਰ ਹੋ ਗਈ। ਇਹ ਇਹਦੀ ਦੂਜੀ ਸਟੇਜ ਕਵਰ ਹੋ ਗਈ। ਪਹਿਲੀ ਡੈਨਮਾਰਕ ਨਾਲ ਲੜਾਈ, ਦੂਜੀ ਪ੍ਰਸ਼ੀਆ ਨਾਲ ਲੜਾਈ। ਹੁਣ ਤੀਜੀ ਸਟੇਜ ਦੇ ਵਿੱਚ ਬੇਟਾ ਅਸੀਂ ਦੇਖਦੇ ਹਾਂ ਕਿ ਉਹ ਫਰਾਂਸ ਨੂੰ ਹਰਾਉਂਦਾ ਹੈ ਔਰ ਫਰਾਂਸ ਨੂੰ ਹਰਾ ਕੇ ਜਰਮਨੀ ਦੇ ਏਕੀਕਰਨ ਨੂੰ ਬਿਸਮਾਰਕ ਕੰਪਲੀਟ ਕਰਦਾ ਹੈ, ਜਿਹਦਾ ਮੈਂ ਇੱਕ ਪੁਆਇੰਟ ਪਹਿਲਾਂ ਵੀ ਡਿਸਕਸ ਕੀਤਾ ਹੈ ਕਿ ਨੈਪੋਲੀਅਨ ਤੀਜੇ ਨੂੰ ਜਦੋਂ ਮੈਕਸੀਕੋ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਉਹਨੇ ਕਿਹਾ ਚਲੋ ਪ੍ਰਸ਼ੀਆ ਨਾਲ ਲੱਗਦਾ ਹੈ, ਕਮਜ਼ੋਰ ਹੈ, ਇਹਨੂੰ ਹਰਾ ਦਿਓ ਤੇ ਜਿੱਤ ਪ੍ਰਾਪਤ ਕਰ ਲਓ। ਤੇ ਇਸ ਕਰਕੇ ਵੀ ਉਹ ਇੱਛਾ ਰੱਖਣ ਲੱਗ ਗਿਆ।
ਦੂਸਰਾ, ਬਿਸਮਾਰਕ ਨੇ ਆਸਟਰੀਆ ਨਾਲ ਲੜਾਈ ਕਰਕੇ ਜਦੋਂ ਕੀਤੀ ਤਾਂ ਨਪੋਲੀਅਨ ਨੂੰ ਨਿਰਪੱਖ ਰਹਿਣ ਲਈ ਕਿਹਾ ਤੇ ਵਾਅਦਾ ਕੀਤਾ ਕਿ ਆ ਏਰੀਆਜ਼ ਮੈਂ ਤੈਨੂੰ ਦਊਂਗਾ। ਬਾਅਦ ਦੇ ਵਿੱਚ ਉਹ ਏਰੀਆਜ਼ ਜਿਹੜੇ ਸੀ ਦੇਣ ਤੋਂ ਉਹਨੇ ਇਨਕਾਰ ਕਰ ਦਿੱਤਾ, ਜਿਹਦੇ ਨਾਲ ਉਹਨਾਂ ਵਿੱਚ ਜਿਹੜੀ ਹੈ ਟਸਲ ਹੋਰ ਜ਼ਿਆਦਾ ਵੱਧ ਗਈ। ਤੀਸਰਾ ਹੈ ਕਿ ਜਰਮਨੀ ਦਾ ਏਕੀਕਰਨ ਨੂੰ ਨਪੋਲੀਅਨ ਤੀਜਾ ਸਹਿਣ ਨਹੀਂ ਸੀ ਕਰ ਸਕਦਾ। ਉਹਨੂੰ ਲੱਗਦਾ ਸੀ ਕੱਲ੍ਹ ਨੂੰ ਮੇਰੇ ਲਈ ਬਹੁਤ ਵੱਡਾ ਖਤਰਾ ਬਣੇਗਾ, ਔਰ ਉਹ ਸਹੀ ਵੀ ਸੀ। ਔਰ ਇਸੇ ਕਰਕੇ ਨਪੋਲੀਅਨ ਤੀਜੇ ਨੇ ਜਦੋਂ ਰਾਈਨ ਨਦੀ ਦੇ ਇਲਾਕਿਆਂ ਦੀ ਮੰਗ ਕੀਤੀ ਤਾਂ ਦੋਨਾਂ ਦੇ ਵਿੱਚ ਟਸਲ ਜਿਹੜੀ ਆ ਉਹ ਸਟਾਰਟ ਹੋ ਗਈ। ਔਰ ਬੈਲਜੀਅਮ ਤੇ ਲਕਸਮਬਰਗ ਦੇ ਇਸ਼ੂ ਦੇ ਉੱਤੇ ਦੋਨਾਂ ਦੇ ਵਿੱਚ ਝਗੜਾ ਸ਼ੁਰੂ ਹੋ ਗਿਆ, ਕਿਉਂਕਿ ਬਿਸਮਾਰਕ ਨੇ ਇਹਨਾਂ ਏਰੀਆਜ਼ ਦੇ ਉੱਤੇ ਫਰਾਂਸ ਦਾ ਅਧਿਕਾਰ ਮੰਨਣ ਤੋਂ ਇਨਕਾਰ ਕਰ ਦਿੱਤਾ, ਤਾਂ ਜਿਸ ਕਰਕੇ ਦੋਨਾਂ ਦੇ ਵਿੱਚ ਪ੍ਰੋਬਲਮ ਹੋਰ ਵੱਧ ਗਈ। ਪਰ ਬਿਸਮਾਰਕ ਇਹਦੀ ਤਿਆਰੀ ਪਹਿਲਾਂ ਹੀ ਕਰ ਚੁੱਕਾ ਸੀਗਾ, ਆਪਣੀ ਸੈਨਾ ਨੂੰ ਵਧਾ ਚੁੱਕਾ ਸੀਗਾ। ਔਰ ਇੱਥੇ ਇੱਕ ਉਹਨੇ ਕੰਮ ਮੀਡੀਆ ਦੇ ਵਿੱਚ ਕੀਤਾ ਤਾਂ ਕਿ ਜਨਤਾ ਦੀ ਹਮਾਇਤ ਮਿਲ ਸਕੇ। ਉਸ ਵੇਲੇ ਦੇ ਸਮਾਚਾਰ ਪੱਤਰਾਂ ਨੂੰ ਯੂਜ਼ ਕੀਤਾ ਗਿਆ ਕਿ ਐਂਟੀ ਫ੍ਰੈਂਚ ਫੀਲਿੰਗ ਜਿਹੜੀ ਹੈ ਉਹ ਜਰਮਨੀ 'ਚ ਸਟਾਰਟ ਹੋਈ ਔਰ ਫਰਾਂਸ ਦੇ ਵਿੱਚ ਐਂਟੀ ਜਰਮਨ ਫੀਲਿੰਗ ਸਟਾਰਟ ਹੋਈ, ਜਿਹਦੇ ਨਾਲ ਦੋਨਾਂ ਸਰਕਾਰਾਂ ਦੇ ਉੱਤੇ ਇੱਕ ਪ੍ਰੈਸ਼ਰ ਬਣਿਆ ਕਿ ਇਹਨੂੰ ਜਿਹੜਾ ਹੈਗਾ ਵੀ ਆਪਣੀ ਇੱਜ਼ਤ ਨੂੰ ਬਚਾਇਆ ਜਾਏ। ਔਰ ਲੜਾਈ ਦਾ ਮਾਹੌਲ ਜਿਹੜਾ ਸੀ ਉਹ ਲਗਭਗ ਤਿਆਰ ਹੋ ਗਿਆ। ਤਤਕਾਲਿਕ ਕਾਰਨ ਇਹਦਾ ਕੀ ਬਣਦਾ ਹੈ ਕਿ ਜਿਹੜੇ ਸਪੇਨ ਦੇ ਲੋਕ ਸੀਗੇ ਉਹਨਾਂ ਨੇ ਆਪਣੀ ਰਾਣੀ ਇਸਾਬੇਲਾ ਨੂੰ ਉੱਥੋਂ ਭਜਾ ਦਿੱਤਾ ਔਰ ਪ੍ਰਸ਼ੀਆ ਦੇ ਸਮਰਾਟ ਯਾਨੀ ਜਿਹੜਾ ਵਿਲੀਅਮ ਫਸਟ ਹੈ ਉਹਦਾ ਜਿਹੜਾ ਬ੍ਰਦਰ ਸੀਗਾ ਲਿਓਪੋਲਡ ਉਹਨੂੰ ਕਿੰਗ ਬਣਾ ਦਿੱਤਾ। ਤੇ ਨੈਚੁਰਲੀ ਹੁਣ ਉਹ ਜੋ ਜਰਮਨੀ ਦੇ ਕਿੰਗ ਦਾ ਜਾਂ ਪ੍ਰਸ਼ੀਆ ਦੇ ਕਿੰਗ ਦਾ ਭਰਾ ਹੈ ਤਾਂ ਉਹਦੀ ਸਿੰਪਥੀ ਪ੍ਰਸ਼ੀਆ ਨਾਲ ਹੋਏਗੀ। ਤੇ ਫਰਾਂਸ ਜਿਹੜਾ ਸੀਗਾ ਉਹ ਇਹਨੂੰ ਕਬੂਲ ਨਹੀਂ ਸੀ ਕਰ ਸਕਦਾ ਵੀ ਦੋਨੋਂ ਪਾਸੇ ਲੋਕੀ ਮੈਨੂੰ ਘੇਰ ਲੈਣ ਔਰ ਉਹ ਮੇਰੇ ਲਈ ਕੱਲ੍ਹ ਨੂੰ ਪੋਲੀਟੀਕਲੀ ਜਾਂ ਜੀਓਗ੍ਰਾਫੀਕਲੀ ਫਰਾਂਸ ਦੇ ਲਈ ਇੱਕ ਵੱਡਾ ਖਤਰਾ ਪੈਦਾ ਹੋਵੇ। ਤੇ ਉਹਨੇ ਕੀ ਕਿਹਾ, ਉਹਨੇ ਇਹਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਔਰ ਲਿਓਪੋਲਡ ਨੇ ਆਪਣਾ ਨਾਂ ਵਾਪਸ ਲੈ ਲਿਆ। ਪਰ ਨਪੋਲੀਅਨ ਨੂੰ ਤਸੱਲੀ ਨਹੀਂ ਹੋਈ ਤਾਂ ਉਸਨੇ ਪ੍ਰਸ਼ੀਆ ਤੋਂ ਮੰਗ ਕੀਤੀ ਕਿ ਉਹ ਵੀ ਲਿਓਪੋਲਡ ਨੂੰ ਸਪੇਨ ਦੇ ਤਖਤ ਤੇ ਨਾ ਬੈਠਣ ਦੇਵੇ। ਤੇ ਵਿਲੀਅਮ ਪਹਿਲੇ ਹੀ ਨਪੋਲੀਅਨ ਦੀ ਮੰਗ ਨੂੰ ਠੁਕਰਾ ਚੁੱਕਾ ਸੀ ਔਰ ਬਿਸਮਾਰਕ ਲੜਾਈ ਦੇ ਲਈ ਤਿਆਰ ਹੋ ਚੁੱਕਾ ਸੀ। ਇਸ ਕਰਕੇ ਉਹ ਫਰਾਂਸ ਦੀ ਇਸ ਗੱਲ ਨੂੰ ਸਵੀਕਾਰ ਨਹੀਂ ਸੀ ਕਰ ਸਕਦੇ। ਤਾਂ ਜਿਹੜਾ ਸਿੱਟੇ ਵਜੋਂ ਬੇਟਾ ਕੀ ਹੋਇਆ ਕਿ ਫਰਾਂਸ ਔਰ ਪ੍ਰਸ਼ੀਆ ਦੇ ਵਿੱਚ ਲੜਾਈ ਹੋਈ, ਜਿਹਨੂੰ ਬੇਟਾ ਅਸੀਂ ਕਹਿ ਦਿੰਦੇ ਹਾਂ ਫ੍ਰੈਂਕੋ ਪ੍ਰਸ਼ੀਅਨ ਵਾਰ 1870-71। ਔਰ ਇਸ ਲੜਾਈ ਦੇ ਵਿੱਚ ਬੇਟਾ ਜਰਮਨੀ ਨੇ ਯਾਨੀ ਪ੍ਰਸ਼ੀਆ ਨੇ ਫਰਾਂਸ ਨੂੰ ਹਰਾ ਦਿੱਤਾ ਔਰ ਫਰਾਂਸ ਇਹਦੇ ਵਿੱਚ ਹਾਰ ਗਿਆ। ਤਾਂ ਜਿਹਦੇ ਨਾਲ ਉਹ ਜਿਹੜੇ ਰਾਈਨ ਨਦੀ ਦੇ ਏਰੀਆ ਸੀਗੇ ਉਹ ਵੀ ਪ੍ਰਸ਼ੀਆ ਦੇ ਵਿੱਚ ਸ਼ਾਮਲ ਹੋ ਗਏ। ਔਰ ਇਹਦੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਜਿਹੜੀ ਜਰਮਨੀ ਦੀ ਯੂਨੀਫਿਕੇਸ਼ਨ ਸੀਗੀ ਉਹ ਬੇਟਾ ਇਹਦੇ ਨਾਲ ਕੰਪਲੀਟ ਹੋ ਜਾਂਦੀ ਹੈ। ਜਰਮਨੀ ਦਾ ਏਕੀਕਰਨ ਕੰਪਲੀਟ ਹੋ ਜਾਂਦਾ ਹੈ। ਇਸ ਤਰੀਕੇ ਦੇ ਨਾਲ ਬੇਟਾ ਅਸੀਂ ਇਹਨੂੰ ਦੇਖਦੇ ਹਾਂ 3 ਸਟੇਜਿਸ ਦੇ ਵਿੱਚ। ਪਹਿਲੀ ਸਟੇਜ 'ਚ ਡੈਨਮਾਰਕ ਨੂੰ ਹਰਾਇਆ ਗਿਆ, ਦੂਜੀ ਸਟੇਜ ਦੇ ਵਿੱਚ ਆਸਟਰੀਆ ਨੂੰ ਹਰਾਇਆ ਗਿਆ ਔਰ ਤੀਜੀ ਸਟੇਜ ਦੇ ਵਿੱਚ ਫਰਾਂਸ ਨੂੰ ਹਰਾਇਆ ਗਿਆ। ਔਰ 1870 ਦੇ ਵਿੱਚ ਜਿਹੜਾ ਸੀਗਾ ਜਰਮਨੀ ਉਹ ਬੇਟਾ ਇੱਕ ਯੂਨੀਫਾਈਡ ਕੰਟਰੀ ਦੇ ਤੌਰ ਦੇ ਉੱਤੇ ਉੱਭਰ ਆਉਂਦਾ ਹੈ। ਤਾਂ ਇਹ ਅਸੀਂ 3 ਸਟੇਜਿਸ ਦੇ ਵਿੱਚ ਬੇਟਾ ਇਸ ਨੂੰ ਪੜ੍ਹਦੇ ਹਾਂ। ਇਹਨੂੰ ਸਮਝ ਆ ਗਿਆ ਬੇਟਾ ਸਾਰਾ? ਹਾਂਜੀ ਸਰ। ਠੀਕ ਹੈ। ਤਾਂ ਇਸ ਤਰੀਕੇ ਦੇ ਨਾਲ ਅਸੀਂ ਇਹਨੂੰ ਦੇਖਣਾ ਹੈ। ਤੇ ਜੇ ਕੋਈ ਚੀਜ਼ ਨਹੀਂ ਪਤਾ ਲੱਗੀ ਤਾਂ ਬੇਟਾ ਦੁਬਾਰਾ ਪੁੱਛ ਲਓ।